Good morning students, welcome back to my YouTube channel. Today we are continuous with the second part of to the business service class 11th topic of business study book. This topic which has been a common topic of to the Punjab board and CBSE new syllabus based, so you must be a watch this video. Before starting this session, I will tell you my all viewers which has been not subscribe my channel, so subscribe my channel, just do it for a bright future and press bell icon for the latest updation regarding my new videos. Now without wasting your time, we are starting from this session. Today we are discussing about two types of the business services. स्टार्ट करते ही देखो, एवरी इंडिविजुअल सर्वाइवल इज़ डायरैक्टली लिंक विद देयर परफॉर्मेंस। भी कोई भी बिजनेस जोड़ा वा जो लंबे समय तक ग्रोथ कर सकता, वो डिपेंड करता वो परफॉर्मेंस के उत्ते भी कितनी वधिया वो काम करता वा जां उन्होंने किन्ने लोग लाइक करते हैं। तो इज़ वी एबल टू बी मेक दी मार्क एंड बिजनेस हैज़ टू डू वट इट इज़ बेस्ट एट। भी उही बिजनेस सारा ज़्यादा वधिया काम कर सकता वा जोड़ा कि सारिਆਂ ਨੂੰ कुछ ना कुछ ज़्यादा वधिया देवे। वी कैन नॉट परफॉर्म एवरीथिंग इन इट्स ऑन, इट इज़ नीड्स टू दी सर्विस ऑफ दी बैंक्स, फाइनेंस एंड कम्युनिकेशन सर्विसिज टू मच टू टच दी एवरीवन डील विद दी रिलेटिव रिलेटेड टू दी बिजनेस। कहते असी ये चीज़ों को इनवॉल्व करते हैं, जिमें कि साडा पैसा हो गया, बैंक हो गया, कम्युनिकेशन सर्विसिज हो गई, ये सानू यूज़ करनिया पैंदियां तां जो कि साडा एक बिजनेस नूं वधिया रन किया जा सके। हुण देखो बिजनेस जिहड़ियां सर्विसिज ने वो किन्ने टाइप्स दियां ने। ਉਹਦੇ ਵਿੱਚ ਹੈ ਬੈਂਕਿੰਗ ਸਰਵਿਸ। ਬੈਂਕਿੰਗ ਸਰਵਿਸ ਦੇ ਵਿੱਚ ਜਿਵੇਂ ਕਿ ਸਾਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਅਸੀਂ ਬੈਂਕ ਤੋਂ ਲੋਨ ਲੈ ਸਕਦੇ ਹਾਂ ਜਾਂ ਪੈਸਾ ਡਿਪੋਜ਼ਿਟ ਕਰਾ ਸਕਦੇ ਹਾਂ ਤਾਂ ਜੋ ਕਿ ਸਾਨੂੰ ਇੰਟਰਸਟ ਮਿਲਦਾ ਰਹੇ, ਅਤੇ ਬੈਂਕ ਹੀ ਸਾਨੂੰ ਇੰਸ਼ੋਰ ਕਰਦਾ ਵਾ ਫਾਈਨੈਂਸ਼ੀਅਲ, ਜੇਕਰ ਸਾਨੂੰ ਲੋੜ ਪੈਂਦੀ ਆ ਤਾਂ ਉਹ ਸਾਰਾ ਪੈਸਾ ਇੱਥੋਂ ਹੀ ਪ੍ਰੋਵਾਈਡ ਹੁੰਦਾ ਵਾ। ਤਾਂ ਇਹ ਕੀ ਆ ਬਿਜ਼ਨਸ ਸਰਵਿਸ ਦੀ ਫਸਟ ਟਾਈਪ ਆ। ਸੈਕਿੰਡ ਹੈਗਾ ਇੰਸ਼ੋਰੈਂਸ ਸਰਵਿਸ। ਇਹ ਸਰਵਿਸ ਹੁੰਦੀ ਹੈ ਜਿਹੜਾ ਵੀ ਸਾਨੂੰ ਰਿਸਕ ਰਾਈਜ਼ ਹੁੰਦਾ ਵਾ ਬੈਂਕਿੰਗ ਦੇ ਵਿੱਚ ਜਾਂ ਕੋਈ ਵੀ ਬਿਜ਼ਨਸ ਕਰਨ ਲੱਗੇ ਤਾਂ ਇਹ ਉਸ ਚੀਜ਼ ਨੂੰ ਇੰਸ਼ੋਰ ਕਰਦੀ ਹੈ ਤਾਂ ਜੋ ਕੀ ਆ ਵੀ ਜੇਕਰ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਕ੍ਰੀਏਟ ਹੋਵੇ ਤਾਂ ਇੰਸ਼ੋਰੈਂਸ ਦੇ ਥਰੂ ਸਾਡੀ ਜਿਹੜਾ ਲੋਸ ਹੋਇਆ ਉਹਨੂੰ ਰਿਕਵਰ ਕੀਤਾ ਜਾ ਸਕੇ। ਥਰਡ ਹੈਗਾ ਵਾ ਟਰਾਂਸਪੋਰਟ ਸਰਵਿਸ। ਹੁਣ ਇਹਦੇ ਵਿੱਚ ਕੀ ਹੈ, ਜਿਵੇਂ ਕੋਈ ਚੀਜ਼ਾਂ ਬਣਾ ਲਿੱਤੀਆਂ ਜਾਂਦੀਆਂ ਨੇ ਤਾਂ ਇਹ ਬਾਏ ਰੋਡ, ਏਅਰ ਜਾਂ ਵਾਟਰ ਵੇ ਨੂੰ ਯੂਜ਼ ਕਰਕੇ ਅਸੀਂ ਕੀ ਹੈ ਇੱਕ ਚੀਜ਼ਾਂ ਨੂੰ ਦੂਜੀ ਜਗ੍ਹਾ ਤੱਕ ਪਹੁੰਚਾਈ ਜਾਂਦੀ ਹੈ, ਤਾਂ ਇਹਨੂੰ ਪਹੁੰਚਾਉਣ ਦੇ ਲਈ ਜਿਹੜਾ ਚੀਜ਼ ਯੂਜ਼ ਕੀਤੀਆਂ ਨੂੰ ਅਸੀਂ ਟਰਾਂਸਪੋਰਟੇਸ਼ਨ ਕਹਿੰਦੇ ਹਾਂ। ਅਤੇ ਟਰਾਂਸਪੋਰਟੇਸ਼ਨ ਹੈਲਪ ਕਰਦੀ ਹੈ ਇੱਕ ਚੀਜ਼ ਨੂੰ ਕਈ ਡਿਫਰੈਂਟ ਪਲੇਸਿਸ ਤੱਕ ਪਹੁੰਚਾਉਣਾ ਤਾਂ ਜੋ ਕਿ ਉਹਨਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾ ਸਕੇ ਅਤੇ ਆਪਣੀ ਸੇਲ ਨੂੰ ਵੀ ਵਧਾਇਆ ਜਾ ਸਕੇ। ਫੋਰਥ ਹੈਗਾ ਵਾ ਵੇਅਰ ਹਾਊਸ। ਹੁਣ ਕਈ ਵਾਰ ਕੀ ਹੁੰਦੀਆਂ ਨੇ ਚੀਜ਼ਾਂ ਜ਼ਿਆਦਾ ਨਹੀਂ ਵਿਕ ਪਾਉਂਦੀਆਂ ਹੈਗੀਆਂ ਜਾਂ ਕੀ ਹੁੰਦੀਆਂ ਨੇ ਅਸੀਂ ਚੀਜ਼ਾਂ ਕਿਤੇ ਫੋਰਨ ਕੰਟਰੀਜ਼ ਦੇ ਵਿੱਚ ਭੇਜਦੇ ਹਾਂ ਤਾਂ ਉਹਦੀ ਕਲੀਅਰੈਂਸ ਹੋਣ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਵਾ, ਤਾਂ ਉਹਨੂੰ ਇੱਕ ਜਗ੍ਹਾ ਸਟੋਰ ਕਰਕੇ ਰੱਖਿਆ ਜਾਂਦਾ ਤਾਂ ਉਹਨੂੰ ਵੇਅਰ ਹਾਊਸ ਕਿਹਾ ਜਾਂਦਾ ਵਾ। ਵੇਅਰ ਹਾਊਸ ਉਹ ਪਲੇਸ ਹੁੰਦੀ ਹੈ ਜਿੱਥੇ ਇਸ ਗੁੱਡਸ ਨੂੰ ਖਰਾਬ ਹੋਣ ਤੋਂ ਉਹਦੇ ਬਚਾਉਣ ਦੇ ਲਈ ਅਤੇ ਸੇਫਟੀ ਪ੍ਰੋਵਾਈਡ ਕਰਨ ਦੇ ਲਈ ਵੇਅਰ ਹਾਊਸ ਦੇ ਵਿੱਚ ਰੱਖਿਆ ਜਾਂਦਾ ਤਾਂ ਜੋ ਕੀ ਹੈ ਵਧੀਆ ਢੰਗ ਦੇ ਨਾਲ ਸਾਰਾ ਕੰਮ ਕਰ ਸਕਣ। ਲਾਸਟ ਵਨ ਹੈਗਾ ਕਮਿਊਨੀਕੇਸ਼ਨ। ਹੁਣ ਇਹ ਚਾਰ ਜਿਹੜੇ ਸੈਕਟਰ ਨੇ ਉਹ ਮੋਸਟਲੀ ਬੇਸਡ ਹੁੰਦੇ ਆ ਕਮਿਊਨੀਕੇਸ਼ਨ ਦੇ ਉੱਤੇ। ਜੇਕਰ ਕਮਿਊਨੀਕੇਸ਼ਨ ਨਾ ਹੋਵੇ, ਜਿਵੇਂ ਕਿ ਬੈਂਕਿੰਗ ਸੈਕਟਰ ਆ ਉਹ ਕਦੀ ਕਸਟਮਰ ਦੇ ਨਾਲ ਡੀਲ ਹੀ ਨਾ ਕਰੇ ਜਾਂ ਕਸਟਮਰ ਨਾਲ ਗੱਲ ਹੀ ਨਾ ਕਰੇ ਤਾਂ ਕੋਈ ਵੀ ਕਸਟਮਰ ਉਹਦੇ ਕੋਲ ਨਹੀਂ ਆਏਗਾ ਲੋਨ ਲੈਣ ਦੇ ਲਈ, ਤਾਂ ਉਹਨੂੰ ਸਾਰਾ ਕੁਛ ਉਹਨਾਂ ਨਾਲ ਕਮਿਊਨੀਕੇਸ਼ਨ ਕਰਨੀ ਪੈਂਦੀ ਹੈ ਤਾਂ ਜੋ ਕਿ ਉਹ ਸਾਰੀਆਂ ਆਪਣੀ ਆਫਰਸ ਆਪਣੇ ਜਿਹੜੇ ਪ੍ਰੋਸੈਸ ਨੇ ਉਹ ਉਹਨੂੰ ਦੱਸ ਸਕੇ ਤਾਂ ਜੋ ਕੀ ਆ ਵੀ ਸਾਰੇ ਸੈਕਟਰ ਜਿਹੜੇ ਨੇ ਇੱਕ ਦੂਜੇ ਨਾਲ ਜੁੜ ਸਕਣ। ਤਾਂ ਇਸ ਕਰਕੇ ਕਮਿਊਨੀਕੇਸ਼ਨ ਮੋਸਟ ਇੰਪੋਰਟੈਂਟ ਆ ਬਿਜ਼ਨਸ ਸਰਵਿਸਿਜ਼ ਦੇ ਪਾਰਟ ਦੇ ਵਿੱਚ। ਨੈਕਸਟ ਹੈ ਸਾਡੇ ਕੋਲ ਬੈਂਕਿੰਗ। ਫਸਟ ਹੈਗੀ ਹੈ ਬੈਂਕਿੰਗ। ਬੈਂਕਿੰਗ ਕੀ ਹੁੰਦੀ ਹੈ? ਬੈਂਕਿੰਗ ਇੱਕ ਤਰ੍ਹਾਂ ਦਾ ਬਿਜ਼ਨਸ ਆ ਜਿਹਦੇ ਵਿੱਚ ਅਸੀਂ ਸਾਰੇ ਇਕੱਲੇ ਜਾਂ ਬਿਗ ਜਾਂ ਛੋਟੇ ਔਰਗਨਾਈਜੇਸ਼ਨਸ ਉਹਨਾਂ ਨੂੰ ਬੈਂਕਸ ਜਿਹੜਾ ਵਾ ਉਹ ਸਰਵਿਸ ਪ੍ਰੋਵਾਈਡ ਕਰਦਾ ਵਾ। ਸਾਡੇ ਜਿਹੜਾ ਸਭ ਤੋਂ ਵੱਡਾ ਬੈਂਕ ਆ ਉਹਨੂੰ RBI ਕਿਹਾ ਜਾਂਦਾ ਵਾ, ਰਿਜ਼ਰਵ ਬੈਂਕ ਆਫ ਇੰਡੀਆ। ਇੰਡੀਆ ਦਾ ਸਭ ਤੋਂ ਵੱਡਾ ਬੈਂਕ ਆ, ਜਾਂ ਇਹਨੂੰ ਕਹਿ ਦਿਓ ਸੈਂਟਰਲ ਬੈਂਕ ਆ ਇੰਡੀਆ ਦਾ। ਹਰੇਕ ਕੰਟਰੀ ਦਾ ਆਪਣਾ ਇੱਕ ਬੈਂਕ ਹੁੰਦਾ ਅਤੇ ਉਹਦੇ ਵਿੱਚ ਆਉਂਦਾ ਵਾ। ਅਤੇ ਇੰਡੀਅਨ ਜਿਹੜੀ ਬੈਂਕਿੰਗ ਰੈਗੂਲੇਟਰੀ ਐਕਟ ਆ ਉਹ 1949 ਆ, ਜਿਹਦੇ ਵਿੱਚ ਡਿਫਾਈਨ ਕੀਤਾ ਗਿਆ ਵੀ ਬੈਂਕਿੰਗ ਕੰਪਨੀਜ਼ ਕਿਹੜੀਆਂ ਨੇ ਜਿਹੜੀਆਂ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨ ਕਰਨਗੀਆਂ ਇੰਡੀਅਨ ਬਿਜ਼ਨਸ ਦੇ ਵਿੱਚ, ਜਿਨ੍ਹਾਂ ਨੂੰ ਬੈਂਕਸ ਕੀ ਆ ਉਹਨਾਂ ਦੇ ਜਿਹੜੇ ਪੈਸੇ ਨੇ ਐਕਸੈਪਟਿੰਗ ਡਿਪੋਜ਼ਿਟ, ਉਹਨਾਂ ਦੇ ਡਿਪੋਜ਼ਿਟ ਐਕਸੈਪਟ ਕਰੇਗਾ ਪਬਲਿਕ ਦਾ ਅਤੇ ਉਹਨਾਂ ਨੂੰ ਰੀਪੇ ਕਰੇਗਾ ਜਦੋਂ ਉਹਨਾਂ ਨੂੰ ਲੋੜ ਪਏਗੀ, ਅਤੇ ਉਹਨਾਂ ਨੂੰ ਲੈਂਡਿੰਗ ਕਰੇਗਾ, ਲੈਂਡਿੰਗ 'ਤੇ ਇਨਵੈਸਟ ਕਰੇਗਾ, ਯਾਨੀ ਕਿ ਉਹਨਾਂ ਨੂੰ ਪੈਸਾ ਦੇਗਾ ਜਦੋਂ ਉਹਨਾਂ ਨੂੰ ਵੀ ਲੋੜ ਹੁੰਦੀ ਆ ਤਾਂ ਜੋ ਕਿ ਉਹ ਆਪਣੇ ਬਿਜ਼ਨਸ ਨੂੰ ਵਧੀਆ ਢੰਗ ਨਾਲ ਚਲਾ ਸਕਣ। ਇਹ ਹੁੰਦੇ ਆ ਬੈਂਕਿੰਗ। ਬੈਂਕਿੰਗ ਦੇ ਵਿੱਚ ਜਿਹੜੇ ਹੁਣ ਦੇ ਟਾਈਮ ਦੇ ਵਿੱਚ 15 ਨੈਸ਼ਨਲਾਈਜ਼ ਬੈਂਕ ਰਹਿ ਚੁੱਕੇ ਨੇ 2020 ਦੇ ਵਿੱਚ। ਪਹਿਲਾਂ ਕੀ ਸੀਗਾ ਵੀ ਬੈਂਕਸ 19 ਅਰਾਊਂਡ ਸੀਗੇ, ਬਟ ਹੁਣ 2-4 ਬੈਂਕਸ ਜਿਹੜੇ ਨੇ ਉਹ ਮਰਜ ਹੋ ਚੁੱਕੇ ਨੇ, ਤਾਂ ਕਰਕੇ ਜਿਹੜੇ ਨੈਸ਼ਨਲਾਈਜ਼ ਬੈਂਕ ਨੇ ਉਹ ਘੱਟ ਰਹਿ ਗਏ। ਨੈਸ਼ਨਲਾਈਜ਼ ਬੈਂਕ ਉਹ ਬੈਂਕ ਹੁੰਦੇ ਆ ਜਿਹੜੇ ਕਿ ਪੂਰੀ ਇੰਡੀਆ ਦੇ ਵਿੱਚ ਜਿਨ੍ਹਾਂ ਦੀਆਂ ਬ੍ਰਾਂਚਿਸ ਹੁੰਦੀਆਂ ਨੇ ਉਹਨੂੰ ਨੈਸ਼ਨਲਾਈਜ਼ਡ ਬੈਂਕ ਕਿਹਾ ਜਾਂਦਾ ਵਾ, ਜਿਵੇਂ SBI ਹੋ ਗਿਆ, PNB ਹੋ ਗਿਆ, ਅਤੇ ਇਹ ਸਾਰੇ ਬੈਂਕਸ ਇਹਨਾਂ ਦੇ ਵਿੱਚ ਆਉਂਦੇ ਆ। ਠੀਕ ਹੈ। ਨੈਕਸਟ ਹੈਗਾ ਟਾਈਪਸ ਆਫ ਬੈਂਕ। ਬੈਂਕਸ ਕਿੰਨੇ ਤਰ੍ਹਾਂ ਦੇ ਹੁੰਦੇ ਹੁਣ ਦੇਖੋ, ਬੈਂਕਾਂ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਇੱਕ ਹੈਗਾ ਵਾ, ਦੇਖੋ ਹੁਣ ਇੱਥੇ ਮੈਂ ਤੁਹਾਨੂੰ ਸ਼ੋਅ ਕਰਦਾ ਵਾਂ, ਇੱਕ ਹੈਗਾ ਵਾ ਐਕਸਟਰਨਲ ਬੈਂਕਸ, ਇੱਕ ਕੀ ਆ ਐਕਸਟਰਨਲ ਬੈਂਕਸ। ਫਸਟ ਹੈਗਾ ਸੈਂਟਰਲ ਬੈਂਕ ਅਤੇ ਸੈਕਿੰਡ ਹੈਗੇ ਆ ਸਪੈਸ਼ਲ ਬੈਂਕਸ।
ਹੁਣ ਜਿਹੜੇ ਸੈਂਟਰਲ ਬੈਂਕ ਨੇ ਉਹ ਕੀ ਨੇ, ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤੇ ਗਏ ਨੇ, ਸ਼ਡਿਊਲ ਐਂਡ ਨਾਨ ਸ਼ਡਿਊਲ। ਅਤੇ ਜਿਹੜੇ ਸਪੈਸ਼ਲ ਬੈਂਕਸ ਨੇ ਉਹ ਡਿਵੈਲਪਮੈਂਟ, ਇਨਵੈਸਟਮੈਂਟ ਅਤੇ ਇੰਡਸਟਰੀ ਦੇ ਬੇਸ ਉੱਤੇ ਚੱਲਦੇ ਆ। ਸ਼ਡਿਊਲ ਬੈਂਕਸ ਉਹ ਹੁੰਦੇ ਆ ਜਿਹੜੇ ਕਿ RBI ਦਾ ਜਿਹੜਾ ਐਕਟ ਬਣਾਇਆ ਗਿਆ 1949, ਜਿਹੜਾ ਕਿ ਬੈਂਕਿੰਗ ਸੈਕਟਰ ਲਈ ਬਣਾਇਆ ਗਿਆ, ਜਿਹੜੇ ਉਹਦੇ ਅੰਡਰ ਰਜਿਸਟਰਡ ਹੁੰਦੇ ਆ ਤਾਂ ਉਹਨੂੰ ਸ਼ਡਿਊਲ ਬੈਂਕ ਕਿਹਾ ਜਾਂਦਾ, ਜਿਹੜੇ ਉਹਦੇ ਥੱਲੇ ਨਹੀਂ ਰਜਿਸਟਰਡ ਹੁੰਦੇ ਉਹਨਾਂ ਨੂੰ ਅਨਸ਼ਡਿਊਲ ਬੈਂਕ ਕਿਹਾ ਜਾਂਦਾ ਜਾਂ ਨਾਨ ਸ਼ਡਿਊਲ ਬੈਂਕ ਕਿਹਾ ਜਾਂਦਾ ਵਾ। ਸਪੈਸ਼ਲ ਬੈਂਕ ਜਿਹੜੇ ਹੁੰਦੇ ਆ ਉਹ ਸਿਰਫ ਡਿਵੈਲਪਮੈਂਟ ਕਰਨ ਲਈ, ਉਸ ਰਸਤੇ ਦੇ ਵਿੱਚ ਵਿਕਾਸ ਕਰਨ ਦੇ ਲਈ ਜਾਂ ਉੱਥੇ ਨਿਵੇਸ਼ ਕਰਨ ਦੇ ਲਈ ਜਾਂ ਇੰਡਸਟਰੀ ਨੂੰ ਹੈਲਪ ਕਰਨ ਦੇ ਲਈ ਇਹ ਖੋਲ੍ਹੇ ਜਾਂਦੇ ਆ, ਤਾਂ ਉਹਨਾਂ ਨੂੰ ਸਪੈਸ਼ਲ ਬੈਂਕਸ ਕਿਹਾ ਜਾਂਦਾ ਵਾ। ਹੁਣ ਜਿਹੜੇ ਸ਼ਡਿਊਲ ਬੈਂਕਸ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਕਮਰਸ਼ੀਅਲ ਬੈਂਕਸ, ਜਿਵੇਂ ਸਾਡੇ ਵਿਲੇਜ ਦੇ ਨੀਅਰ ਬਾਏ ਜਿਵੇਂ SBI ਹੋ ਗਈ, PNB ਬੈਂਕ ਹੋ ਗਈ, ਠੀਕ ਆ ਜੀ, ਜਾਂ ਹੋਰ ਕਈ ਬੈਂਕਸ ਨੇ HDFC, ICICI ਬੈਂਕ, ਇਹ ਸਾਰੀਆਂ ਕਮਰਸ਼ੀਅਲ ਬੈਂਕਸ ਨੇ ਜਿਨ੍ਹਾਂ ਦਾ ਟਾਈ ਅਪ ਕਿਹਦੇ ਨਾਲ ਹੁੰਦਾ ਵਾ, ਸੈਂਟਰਲ ਬੈਂਕ ਨਾਲ, ਜਾਣੀ ਕਿ RBI ਦੇ ਨਾਲ। ਹੁਣ ਇਹ ਬੈਂਕ ਕਿੰਨੇ ਤਰ੍ਹਾਂ ਦੇ ਹੁੰਦੇ ਆ, ਬੈਂਕ ਜਿਹੜੇ ਨੇ ਉਹ 4 ਤਰ੍ਹਾਂ ਦੇ ਵੰਡੇ ਜਾਂਦੇ ਆ। ਦੇਖੋ ਹੁਣ ਇੱਕ ਹੁੰਦਾ ਪ੍ਰਾਈਵੇਟ ਬੈਂਕ, ਜਿਨ੍ਹਾਂ ਨੂੰ ਕੀ ਆ ਪ੍ਰਾਈਵੇਟ ਓਨਰਸ ਰਨ ਕਰਦੇ ਆ ਜਾਂ ਪ੍ਰਾਈਵੇਟ ਟਰਸਟ ਦੇ ਅੰਡਰ ਚੱਲਦੇ ਨੇ, ਜਿਵੇਂ ਕਿ ICICI ਬੈਂਕ, HDFC ਬੈਂਕਸ, ਐਕਸਿਸ ਬੈਂਕ, ਇਹ ਸਾਰੀਆਂ ਪ੍ਰਾਈਵੇਟ ਸੈਕਟਰ ਬੈਂਕਸ ਨੇ। ਨੈਕਸਟ ਹੈਗਾ ਵਾ ਪਬਲਿਕ ਸੈਕਟਰ ਬੈਂਕ, ਉਹ ਬੈਂਕਸ ਜਿਹੜੀਆਂ ਕਿ ਗੌਰਮੈਂਟ ਦੇ ਅੰਡਰ ਆਉਂਦੀਆਂ ਜਾਂ ਗੌਰਮੈਂਟ ਉਹਨਾਂ ਨੂੰ ਰੈਗੂਲੇਟ ਕਰਦੇ ਆ, ਉਹਨਾਂ ਨੂੰ ਪਬਲਿਕ ਸੈਕਟਰ ਬੈਂਕ ਕਿਹਾ ਜਾਂਦਾ ਵਾ, ਜਿਵੇਂ SBI ਹੋ ਗਿਆ, ਠੀਕ ਆ, PNB ਹੋ ਗਿਆ, ਪੰਜਾਬ ਨੈਸ਼ਨਲ ਬੈਂਕ ਅਤੇ ਹੋਰ ਜਿਹੜੇ ਬੈਂਕਸ ਨੇ ਜਿਵੇਂ ਬੈਂਕ ਆਫ ਇੰਡੀਆ, ਇਹ ਸਾਰੇ ਪਬਲਿਕ ਸੈਕਟਰ ਬੈਂਕ ਬਣੇ ਜਾਂਦੇ ਆ। ਹੁਣ ਇਹਨਾਂ ਵਿੱਚ ਦੇਖੋ ਇਹ ਪ੍ਰਾਈਵੇਟ ਅਤੇ ਪਬਲਿਕ ਦੋ ਤਰ੍ਹਾਂ ਦੇ ਹੁੰਦੇ, ਇੱਕ ਨੈਸ਼ਨਲਾਈਜ਼ਡ, ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਹੁਣ 14 ਰਹਿ ਗਏ ਵੀ ਜਿਹੜੇ ਪੂਰੇ ਕੰਟਰੀ ਦੇ ਵਿੱਚ ਜਿੱਥੇ ਮਰਜ਼ੀ ਖੋਲ੍ਹ ਸਕਦੇ ਆ ਬ੍ਰਾਂਚ, ਉਹਨੂੰ ਨੈਸ਼ਨਲਾਈਜ਼ਡ ਕਿਹਾ ਜਾਂਦਾ। ਦੂਜੇ ਹੁੰਦੇ ਆ ਅਦਰ ਬੈਂਕਸ, ਜਿਹੜੇ ਕਿ ਇੱਕ ਸਟੇਟ ਦੇ ਪਰਟੀਕੂਲਰ ਬੈਂਕਸ ਹੁੰਦੇ ਆ ਅਤੇ ਉਹੀ ਸਟੇਟ ਦੇ ਵਿੱਚ ਮਿਲਦੇ ਆ, ਹੋਰ ਕਿਤੇ ਹੋ ਨਹੀਂ ਸਕਦੇ। ਦੈਨ ਹੈਗਾ ਕਮਰਸ਼ੀਅਲਾਈਜ਼ਡ ਬੈਂਕ, ਦੇ ਵਿੱਚ ਪਬਲਿਕ ਪ੍ਰਾਈਵੇਟ ਤੋਂ ਬਾਅਦ ਦੋ ਤਰ੍ਹਾਂ ਦੇ ਹੋਰ ਬੈਂਕ ਹੁੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਫੋਰਨ ਬੈਂਕ, ਇੱਕ ਰੀਜਨਲ ਰੂਰਲ ਬੈਂਕ। ਜਿਹੜੇ ਫੋਰਨ ਬੈਂਕ ਹੁੰਦੇ ਆ ਉਹ ਬੈਂਕਸ ਹੁੰਦੇ ਆ ਜਿਹੜੇ ਕਿ ਫੋਰਨ ਦੇ ਬੈਂਕਸ ਜਿਹੜੇ ਨੇ ਇੰਡੀਆ ਦੇ ਵਿੱਚ ਬ੍ਰਾਂਚਿਸ ਓਪਨ ਕਰਦੇ ਆ, ਇਹਨਾਂ ਦੀ ਜਿਹੜਾ ਹੈੱਡ ਆਫਿਸ ਹੁੰਦਾ ਉਹ ਕਿੱਥੇ ਹੁੰਦਾ, ਫੋਰਨ ਕੰਟਰੀਜ਼ ਦੇ ਵਿੱਚ ਹੀ ਹੁੰਦਾ ਵਾ ਹੈੱਡ ਆਫਿਸ, ਯਾਨੀ ਕਿ ਮੇਨ ਬ੍ਰਾਂਚ ਜਿਹੜੀ ਹੁੰਦੀ ਆ ਉਹ ਕਿੱਥੇ ਆ, ਬਾਹਰਲੀ ਕੰਟਰੀ ਦੇ ਵਿੱਚ ਹੁੰਦੀ ਆ, ਅਤੇ ਇੱਥੇ ਸਿਰਫ ਬ੍ਰਾਂਚ ਓਪਨ ਕੀਤੀ ਜਾਂਦੀ ਹੈ, ਅਤੇ ਇੱਥੇ ਜਿਹੜਾ ਬਾਹਰਲੀ ਕੰਟਰੀਆਂ ਦਾ ਲੈਣ ਦੇਣ ਹੁੰਦਾ ਉਹ ਇਹਨਾਂ ਬੈਂਕਸ ਦੇ ਵਿੱਚ ਹੁੰਦਾ ਵਾ। ਰੀਜਨਲ ਰੂਰਲ ਬੈਂਕ ਇਹ ਸਪੈਸ਼ਲ ਬੈਂਕਸ ਹੁੰਦੇ ਆ ਜਿਹੜੇ ਕਿ ਰੂਰਲ ਏਰੀਆ ਦੇ ਵਿੱਚ ਬਣਦੇ ਆ ਜਾਂ ਰਿਮੋਟ ਏਰੀਆ ਕਹਿ ਦਿਓ ਵੀ ਜਿੱਥੇ ਕੀ ਆ ਕੋਈ ਟਰਾਂਸਪੋਰਟੇਸ਼ਨ ਨਹੀਂ ਹੁੰਦੀ, ਅਤੇ ਪਰਟੀਕੂਲਰ ਸਟੇਟਸ ਦੇ ਪਰਟੀਕੂਲਰ ਆਪਣੇ ਜਿਹੜੇ ਰੀਜਨਲ ਰੂਰਲ ਬੈਂਕਸ ਹੁੰਦੇ ਆ ਅਤੇ ਉੱਥੇ ਜਾ ਕੇ ਆਪਣੇ ਅਕੋਰਡਿੰਗ ਹੀ ਇਹ ਬਿਜ਼ਨਸ ਕਰਦੇ ਨੇ। ਨੈਕਸਟ ਜਿਹੜੇ ਸੀਗੇ ਅਸੀਂ ਸਪੈਸ਼ਲ ਬੈਂਕਸ ਨੂੰ ਕੋਆਪਰੇਟਿਵ ਬੈਂਕਸ ਕਿਹਾ ਜਾਂਦਾ ਵਾ, ਜਿਨ੍ਹਾਂ ਨੂੰ ਕੋਈ ਸੁਸਾਇਟੀ ਦੁਆਰਾ ਜਾਂ ਗਵਰਨਮੈਂਟ ਦੇ ਇੱਕ ਐਕਟ ਦੁਆਰਾ ਇਹਨਾਂ ਨੂੰ ਚਲਾਇਆ ਜਾਂਦਾ ਵਾ, ਅਤੇ ਇਹਨਾਂ ਨੂੰ ਕੋਆਪਰੇਟਿਵ ਬੈਂਕਸ ਕਿਹਾ ਜਾਂਦਾ। ਇਹਦੇ ਵਿੱਚ ਸਟੇਟ ਕੋਆਪਰੇਟਿਵ ਬੈਂਕਸ ਹੁੰਦੇ ਆ ਜਿਨ੍ਹਾਂ ਨੂੰ ਸਟੇਟ ਦੇ ਅੰਡਰ ਰਜਿਸਟਰਡ ਕਰਾਉਣਾ ਪੈਂਦਾ, ਅਤੇ ਜਿਹੜਾ ਫਾਈਨੈਂਸ ਹੁੰਦਾ ਅੱਧ ਤੋਂ ਵੱਧ ਜਿਹੜਾ ਵਾ ਉਹ ਸਟੇਟ ਗੌਰਮੈਂਟ ਦਿੰਦੀ ਹੈ, ਅਤੇ ਥੋੜ੍ਹਾ ਬਹੁਤਾ ਸੈਂਟਰਲ ਗੌਰਮੈਂਟ ਵੀ ਹਿੱਸਾ ਦਿੰਦੀ ਹੈ, ਅਤੇ ਹੋਰ ਜਿਹੜਾ ਬਾਕੀ ਪੈਸਾ ਹੁੰਦਾ ਵਾ ਉਹ ਲੋਕਾਂ ਦੁਆਰਾ ਇਕੱਠਾ ਕੀਤਾ ਜਾਂਦਾ ਹੁੰਦਾ। ਨੈਕਸਟ ਹੈਗਾ ਵਾ ਸੈਂਟਰਲ ਕੋਆਪਰੇਟਿਵ ਬੈਂਕ। ਇਹ ਬੈਂਕ ਦੇ ਜ਼ਿਆਦਾਤਰ ਜਿਹੜੇ ਇਹ ਬੈਂਕਸ ਹੁੰਦੇ ਆ ਇਹਨਾਂ ਨੂੰ ਸੈਂਟਰਲ ਗੌਰਮੈਂਟ ਸਰਟੀਫਾਈਡ ਕਰਦੀ ਹੈ, ਅਤੇ ਸੈਂਟਰਲ ਗੌਰਮੈਂਟ ਇਹਨਾਂ ਨੂੰ ਚਲਾਉਣ ਦੇ ਵਿੱਚ ਹੈਲਪ ਕਰਦੀ ਹੈ, ਫਾਈਨੈਂਸ ਪ੍ਰੋਵਾਈਡ ਕਰਦੀ ਹੈ, ਇਹਨਾਂ ਨੂੰ ਗਾਈਡੈਂਸ ਦਿੰਦੀ ਹੈ, ਅਤੇ ਉਸ ਅਕੋਰਡਿੰਗ ਚੱਲਦੇ ਨੇ। ਥਰਡ ਵਨ ਹੈਗਾ ਵਾ ਪ੍ਰਾਇਮਰੀ ਐਗਰੀਕਲਚਰ ਬੈਂਕ। ਇਹਨਾਂ ਵਿੱਚ ਜਿਹੜਾ ਵਾ ਨਾਬਾਰਡ ਸਭ ਤੋਂ ਵੱਡਾ ਬੈਂਕ ਆ, ਨਾਬਾਰਡ। ਇਹ ਕੀ ਆ, ਰੀਜਨਲ ਰੂਰਲ ਬੈਂਕ ਆ ਇੰਡੀਆ ਦਾ ਵੀ, ਨੈਸ਼ਨਲ ਐਗਰੀਕਲਚਰ ਬੈਂਕ ਓਪਨ ਕੀਤਾ ਗਿਆ। ਇਹ ਕੀ ਆ, ਸਿਰਫ ਐਗਰੀਕਲਚਰ ਨੂੰ ਲੋਨ ਪ੍ਰੋਵਾਈਡ ਕਰਦਾ, ਇਸ ਤੋਂ ਇਲਾਵਾ ਹੋਰ ਇਹਦਾ ਕੋਈ ਵੀ ਲੈਣ ਦੇਣ ਨਹੀਂ ਹੁੰਦਾ, ਅਤੇ ਇਹਨੂੰ ਐਗਰੀਕਲਚਰ ਬ੍ਰਾਂਚ ਵੀ ਕਿਹਾ ਜਾ ਸਕਦਾ ਵਾ। ਨੈਕਸਟ ਹੈ ਸਾਡੇ ਕੋਲ ਫੰਕਸ਼ਨ ਆਫ ਦੀ ਆ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕ ਦੇ ਕੀ ਕੰਮ ਨੇ, ਦੇਖੋ ਪਹਿਲਾ ਹੈਗਾ ਐਕਸੈਪਟਿੰਗ ਡਿਪੋਜ਼ਿਟ, ਲੋਕਾਂ ਤੋਂ ਪੈਸਾ ਲੈ ਲੈਣਾ ਜਿਹੜੇ ਮਰਜ਼ੀ ਫਾਰਮ ਦੇ ਵਿੱਚ, ਚਾਹੇ ਉਹ ਕੈਸ਼ ਜਮ੍ਹਾਂ ਕਰਾਉਣ ਚਾਹੇ ਉਹ ਚੈੱਕ ਦੇ ਥਰੂ ਜਮ੍ਹਾਂ ਕਰਾਉਣ, ਤਾਂ ਇਹ ਸਭ ਤੋਂ ਵੱਡਾ ਅਤੇ ਪ੍ਰਾਇਮਰੀ ਫੰਕਸ਼ਨ ਆ ਬੈਂਕਸ ਦਾ ਵੀ। ਉਹਨਾਂ ਨੇ ਲੋਕਾਂ ਤੋਂ ਜਿਹੜਾ ਪੈਸਾ ਵਾ ਉਹ ਆਪਣੇ ਕੋਲ ਰੱਖ ਲੈਣਾ ਐਜ਼ ਏ ਸਿਕਿਉਰਿਟੀ ਜਾਂ ਉਹਨੂੰ ਸੇਫ ਕਰਕੇ, ਅਤੇ ਉਹਦੇ ਉੱਤੇ ਥੋੜ੍ਹਾ ਬਹੁਤਾ ਇੰਟਰਸਟ ਵੀ ਦਿੰਦੇ ਰਹਿਣਾ। ਨੈਕਸਟ ਹੈਗਾ ਵਾ ਪ੍ਰੋਵਾਈਡ ਕ੍ਰੈਡਿਟ ਫੈਸਿਲਿਟੀ, ਲੋਕਾਂ ਨੂੰ ਜੇਕਰ ਲੋਨ ਦੀ ਲੋੜ ਪਵੇ ਤਾਂ ਇਹਨਾਂ ਨੂੰ ਲੋਨ ਪ੍ਰੋਵਾਈਡ ਕਰਨਾ। ਇਹ ਕਿਹਦਾ ਕੰਮ ਆ, ਕਮਰਸ਼ੀਅਲ ਬੈਂਕਸ ਦਾ ਵਾ। ਕਮਰਸ਼ੀਅਲ ਬੈਂਕਸ ਦੇਖਦੀ ਆ ਵੀ ਜੇਕਰ ਲੋੜ ਹੈਗੀ ਆ ਬੈਂਕ ਆਲੇ ਦੁਆਲੇ ਏਰੀਏ ਦੇ ਵਿੱਚ ਕੀ ਆ ਲੋਕਾਂ ਨੂੰ ਪੈਸੇ ਦੀ ਲੋੜ ਆ, ਤਾਂ ਉਹਨਾਂ ਨੂੰ ਪੈਸੇ ਪ੍ਰੋਵਾਈਡ ਕੀਤਾ ਜਾਂਦਾ। ਰੇਟ ਆਫ ਇੰਟਰਸਟ ਜਿਹੜਾ ਵਾ ਅਕੋਰਡਿੰਗ ਟੂ ਸਿਚੁਏਸ਼ਨ ਉਹ ਰੱਖ ਲੈਂਦੇ ਆ। ਥਰਡ ਹੈਗਾ ਵਾ ਪੇਮੈਂਟ ਐਂਡ ਵਿਡਰਾਅ, ਵੀ ਜਿਹੜੇ ਲੋਕਾਂ ਨੂੰ ਲੋੜ ਪੈਂਦੀ ਆ ਵੀ ਪੈਸੇ ਕਢਾਉਣ ਦੀ ਜਾਂ ਪੈਸੇ ਜਮ੍ਹਾਂ ਕਰਾਏ ਹੋਏ ਨੇ, ਜੇਕਰ ਉਹਨਾਂ ਨੂੰ ਲੋੜ ਪਵੇ ਤਾਂ ਬੈਂਕ ਉਹਨਾਂ ਨੂੰ ਪੈਸੇ ਵੀ ਪ੍ਰੋਵਾਈਡ ਕਰ ਦਿੰਦੀ ਆ ਤਾਂ ਜੋ ਕਿ ਉਹ ਆਪਣਾ ਕੰਮ ਈਜ਼ੀਲੀ ਚਲਾ ਸਕਣ। ਫੋਰਥ ਹੈਗਾ ਕ੍ਰੈਡਿਟ ਕ੍ਰੀਏਸ਼ਨ। ਇਹਦਾ ਮਤਲਬ ਹੁੰਦਾ ਵੀ ਲੋਕਾਂ ਦੇ ਵਿੱਚ ਪਰਚੇਸਿੰਗ ਪਾਵਰ ਨੂੰ ਵਧਾਉਣਾ। ਕਈ ਵਾਰ ਕੀ ਹੁੰਦਾ ਵੀ ਮਾਰਕੀਟ ਦੇ ਵਿੱਚ ਮੰਦੀ ਛਾ ਜਾਂਦੀ ਹੈ, ਡਿਫਲੇਸ਼ਨ ਆ ਜਾਂਦਾ, ਤਾਂ ਉਸ ਚੀਜ਼ ਨੂੰ ਘਟਾਉਣ ਦੇ ਲਈ ਅਤੇ ਲੋਕਾਂ ਦਾ ਸਮਾਨ ਵਿਕਾਉਣ ਦੇ ਲਈ ਅਤੇ ਲੋਕਾਂ ਦੇ ਵਿੱਚ ਪਰਚੇਸਿੰਗ ਪਾਵਰ ਵਧਾਉਣ ਦੇ ਲਈ ਉਹ ਕੀ ਕਰਦੀ ਹੈ, ਲੋਕਾਂ ਨੂੰ ਸਸਤੇ ਲੋਨ ਪ੍ਰੋਵਾਈਡ ਕਰਨ ਆ ਜਾਂਦੀ ਆ, ਤਾਂ ਉਹਨੂੰ ਅਸੀਂ ਕਹਿੰਦੇ ਕ੍ਰੈਡਿਟ ਕ੍ਰੀਏਸ਼ਨ। ਇਹਦਾ ਮਤਲਬ ਕੀ ਹੁੰਦਾ ਵੀ ਸਪਲਾਈ ਆਫ ਮਨੀ ਨੂੰ ਇਨਕਰੀਜ਼ ਕਰਨਾ। ਫਿਫਥ ਪੁਆਇੰਟ ਹੈ ਸਾਡੇ ਕੋਲ ਇੰਟਰ ਬੈਂਕਿੰਗ ਟ੍ਰਾਂਜੈਕਸ਼ਨ। ਹੁਣ ਜਿਵੇਂ ਇੱਕ ਬੈਂਕ ਤੋਂ ਦੂਜੇ ਬੈਂਕ ਦੇ ਵਿੱਚ ਪੈਸਾ ਡਿਪੋਜ਼ਿਟ ਕਰਾਇਆ ਜਾਂਦਾ ਜਾਂ ਟਰਾਂਸਫਰ ਕਰਾਇਆ ਜਾਂਦਾ, ਤਾਂ ਇਹ ਵੀ ਕਿਹਦਾ ਵਾ, ਕਮਰਸ਼ੀਅਲ ਬੈਂਕਸ ਦਾ ਕੰਮ ਆ। ਜਿਵੇਂ ਹੁਣ ਤੁਸੀਂ ਇੱਥੇ ਬੈਠ ਕੇ ਤੁਸੀਂ ਦਿੱਲੀ ਦੇ ਵਿੱਚ ਜਾਂ ਮੁੰਬਈ ਦੇ ਵਿੱਚ ਪੈਸੇ ਟਰਾਂਸਫਰ ਕਰਾਉਣੇ ਆ, ਤਾਂ ਇੱਥੋਂ ਤੁਸੀਂ NFTs ਜਾਂ RFTs ਹੁੰਦੀਆਂ ਨੇ ਉਹਨਾਂ ਨੂੰ ਕਰਵਾ ਕੇ ਤੁਸੀਂ ਆਪਣਾ ਫੰਡ ਜਿਹੜਾ ਵਾ ਉੱਥੇ ਪਰਟੀਕੂਲਰ ਏਰੀਆ ਵਿੱਚ ਪਹੁੰਚਾ ਸਕਦੇ ਹੋ।
ਸਿਕਸਥ ਹੈਗਾ ਏਜੰਸੀ ਐਂਡ ਯੂਟਿਲਿਟੀ ਫੰਕਸ਼ਨ। ਕਈ ਵਾਰ ਕੀ ਕਰਦੀ ਆ ਬੈਂਕਸ, ਜਿਵੇਂ ਕਿਸੇ ਤੋਂ ਪੈਸੇ ਰਿਕਵਰ ਕਰਨੇ ਹੁੰਦੇ ਆ ਤਾਂ ਉਹ ਓਨਰ ਕੀ ਆ ਬੈਂਕਸ ਨੂੰ ਅਥੋਰਿਟੀ ਦੇ ਦਿੰਦਾ ਵੀ ਸਾਡੇ ਬਿਹਾਫ ਦੇ ਉੱਤੇ ਤੁਸੀਂ ਪੈਸੇ ਉਹਨਾਂ ਤੋਂ ਰਿਕਵਰ ਕਰਨੇ ਆ, ਅਤੇ ਜਿੰਨੇ ਪੈਸੇ ਬਣਨਗੇ ਉਹਦੇ ਵਿੱਚ ਜਿਹੜਾ ਪਰਸੈਂਟੇਜ ਹੁੰਦੀ ਆ ਉਹ ਆਪਣੇ ਏਜੰਸੀ ਫੰਕਸ਼ਨ ਦੇ ਲਈ ਉਹਨਾਂ ਤੋਂ ਚਾਰਜ ਕਰ ਲੈਂਦੀ ਆ, ਅਤੇ ਉਹ ਪੈਸੇ ਉਹ ਪ੍ਰੋਫਿਟ ਦੇ ਤੌਰ 'ਤੇ ਵਰਤਦੀ ਆ। ਨੈਕਸਟ ਹੈਗਾ ਵਾ ਰੈਫਰੈਂਸ, ਵੀ ਜਿਵੇਂ ਕਿਸੇ ਪਰਸਨ ਨੇ ਬਾਹਰ ਜਾਣਾ ਹੁੰਦਾ ਵਾ ਤਾਂ ਉਹ ਫੰਡ ਸ਼ੋ ਕਰਦਾ ਵਾ, ਤਾਂ ਜਿਹੜੀ ਬੈਂਕ ਹੁੰਦੀ ਆ ਉਹ ਉਹਨਾਂ ਦਾ ਰੈਫਰੈਂਸ ਦਿੰਦੀ ਆ ਵੀ ਇਹ ਪਰਸਨ ਸਾਡੇ ਕੋਲ ਹੈਗਾ ਸੀ ਅਤੇ ਇਹਦਾ ਅਕਾਊਂਟ ਇੰਨਾ ਮੇਨਟੇਨ ਕੀਤਾ ਹੋਇਆ ਅਤੇ ਇਹਦੇ ਅਕਾਊਂਟ ਦੇ ਵਿੱਚ ਇੰਨਾ ਪੈਸਾ ਵਾ, ਅਤੇ ਉਹ ਰੈਫਰੈਂਸ ਵੀ ਪ੍ਰੋਵਾਈਡ ਕਰਦੀ ਆ ਅਤੇ ਇਸ ਰੈਫਰੈਂਸ ਦੀ ਉਹ ਫੀਸ ਵੀ ਚਾਰਜ ਕਰਦੀ ਆ। 8th ਹੈਗਾ ਸੇਫ ਕਸਟਡੀਜ਼। ਕੁਛ ਤਰ੍ਹਾਂ ਦੇ ਜਿਹੜੇ ਮੇਨ ਲੋਕ ਹੁੰਦੇ ਆ ਉਹ ਕੀ ਕਰਦੇ ਆ, ਆਪਣਾ ਗੋਲਡ ਜਾਂ ਗੌਰਮੈਂਟ ਦੇ ਜਿਹੜੇ ਡਾਕੂਮੈਂਟਸ ਹੁੰਦੇ ਆ, ਜਿਹੜੇ ਜ਼ਿਆਦਾ ਲੀਗਲੀ ਡਾਕੂਮੈਂਟਸ ਹੁੰਦੇ ਆ, ਉਹ ਜ਼ਿਆਦਾਤਰ ਉਹਨਾਂ ਨੂੰ ਸੇਫ ਪ੍ਰੋਵਾਈਡ ਕਰਦੀ ਆ, ਲੋਕਰ ਪ੍ਰੋਵਾਈਡ ਕਰਦੀ ਆ, ਤਾਂ ਜੋ ਕੀ ਆ ਉਹ ਲੋਕ ਉੱਥੇ ਜਾ ਕੇ ਪੈਸੇ, ਉੱਥੇ ਆਪਣੇ ਪੈਸੇ, ਗੋਲਡ, ਕੁਛ ਵੀ ਚੀਜ਼ਾਂ ਜਮ੍ਹਾਂ ਕਰਕੇ ਰੱਖ ਸਕਦੇ ਆ, ਵੀ ਜੇਕਰ ਉਹਨਾਂ ਨੂੰ ਲੋੜ ਪਵੇ ਤਾਂ ਉੱਥੋਂ ਦੁਬਾਰਾ ਕਢਾ ਸਕਦੇ ਆ। ਇਸ ਚੀਜ਼ ਦੇ ਵੀ ਉਹ ਫੀਸ ਚਾਰਜ ਕਰਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਫੈਸਿਲਿਟੀ ਪ੍ਰੋਵਾਈਡ ਕਰਦੀ ਆ। ਲਾਸਟ ਵਨ ਹੈਗਾ ਅਦਰ ਸਰਵਿਸਿਜ਼। ਇਹ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਸਰਵਿਸ ਹੁੰਦੀਆਂ ਨੇ, ਜਿਵੇਂ ਕਿਸੇ ਦਾ ਸੇਲ ਪਰਚੇਜ਼ ਕਰਨੀ, ਲੋਨ ਰਿਕਵਰ ਕਰਵਾਉਣਾ, ਜਾਂ ਤੁਸੀਂ ਜਿਹੜੇ ਸ਼ੇਅਰ ਹੁੰਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਉਣਾ ਜਾਂ ਪੈਸਾ ਕਢਾਉਣਾ, ਉਹ ਸਾਰਿਆਂ ਦੇ ਵਿੱਚ ਇਹ ਹੈਲਪ ਕਰ ਦਿੰਦੀ ਆ। ਨੈਕਸਟ ਹੈਗਾ ਟਾਈਪਸ ਆਫ ਬੈਂਕ। ਬੈਂਕ ਕਿੰਨੇ ਤਰ੍ਹਾਂ ਦੇ ਹੁੰਦੇ, ਸੌਰੀ ਬੈਂਕ ਅਕਾਊਂਟ ਕਿੰਨੇ ਤਰ੍ਹਾਂ ਦੇ ਹੁੰਦੇ ਆ। ਬੈਂਕ ਅਕਾਊਂਟ 5 ਤਰ੍ਹਾਂ ਦੇ ਅਕਾਊਂਟ ਹੁੰਦੇ ਆ, ਇਹ ਤੁਸੀਂ ਯਾਦ ਰੱਖਣਾ। ਪਹਿਲਾ ਸੇਵਿੰਗ ਅਕਾਊਂਟ, ਜਿਹੜੇ ਹਰੇਕ ਬੰਦੇ ਦਾ ਅਕਾਊਂਟ ਓਪਨ ਹੁੰਦਾ ਉਹ ਸੇਵਿੰਗ ਅਕਾਊਂਟ ਹੁੰਦਾ, ਮੇਰਾ, ਤੁਹਾਡਾ ਜਾਂ ਕਿਸੇ ਹੋਰ ਦਾ ਜਿਹੜੇ ਵੀ ਅਕਾਊਂਟ ਓਪਨ ਹੁੰਦੇ ਆ ਉਹਨੂੰ ਅਸੀਂ ਸੇਵਿੰਗ ਅਕਾਊਂਟ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਇਹ ਤਾਂ ਓਪਨ ਕੀਤਾ ਜਾਂਦਾ ਤਾਂ ਜੋ ਕੀ ਹੈ ਲੋਕਾਂ ਦੀ ਸੇਵਿੰਗ ਨੂੰ ਵਧਾਇਆ ਜਾ ਸਕੇ। ਇਹਦੇ ਵਿੱਚ ਜਮ੍ਹਾਂ ਕਰਾਉਣ ਦੀ ਕੋਈ ਲਿਮਿਟ ਨਹੀਂ ਹੁੰਦੀ, ਪਰ ਪੈਸੇ ਵਿਡਰਾਅ ਕਰਾਉਣੇ ਮੰਥ ਦੇ ਵਿੱਚ ਉਹਦੀ ਇੱਕ ਲਿਮਿਟ ਰੱਖੀ ਜਾਂਦੀ ਹੈ, ਤਾਂ ਜੋ ਕੀ ਹੈ ਲੋਕਾਂ ਦੇ ਵਿੱਚ ਸੇਵਿੰਗ ਦੀ ਹੈਬਿਟ ਨੂੰ ਇਨਕਰੀਜ਼ ਕੀਤਾ ਜਾਵੇ। ਇਹਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਉਹ ਨੋਮੀਨਲ ਹੁੰਦਾ, ਵੀ ਨਾ ਜ਼ਿਆਦਾ ਬਹੁਤਾ ਘੱਟ ਹੁੰਦਾ ਨਾ ਬਹੁਤਾ ਵੱਧ ਹੁੰਦਾ, ਤਾਂ ਉਸ ਬੇਸ ਦੇ ਉੱਤੇ ਚੱਲਦਾ ਵਾ। ਸੈਕਿੰਡ ਹੈਗਾ ਵਾ ਕਰੰਟ ਅਕਾਊਂਟ। ਇਹ ਜ਼ਿਆਦਾਤਰ ਖੁਲਵਾਉਂਦੇ ਆ ਬਿਜ਼ਨਸਮੈਨ, ਜਿਹੜੇ ਬਿਜ਼ਨਸਮੈਨ ਹੁੰਦੇ ਆ ਜਾਂ ਬਿਜ਼ਨਸ ਕਰਦੇ ਆ ਉਹਨਾਂ ਦਾ ਇਹ ਅਕਾਊਂਟ ਓਪਨ ਹੁੰਦਾ ਵਾ। ਇਹਦੇ ਵਿੱਚ ਕੀ ਹੁੰਦਾ ਵਾ ਵੀ ਜਿਹੜੇ ਪੈਸੇ ਹੁੰਦੇ ਆ, ਜੇਕਰ ਤੁਹਾਡੇ ਅਕਾਊਂਟ ਦੇ ਵਿੱਚ 0 ਪੈਸੇ ਹੈਗੇ ਆ ਅਤੇ ਤੁਹਾਡੀ ਇੱਕ ਲਿਮਿਟ ਫਿਕਸ ਕਰ ਦਿੱਤੀ ਜਾਂਦੀ ਆ, ਵੀ ਜੇਕਰ ਤੁਹਾਡੇ ਅਕਾਊਂਟ ਦੇ ਵਿੱਚ 0 ਬੈਲੈਂਸ ਵੀ ਹੈਗਾ ਵਾ ਤਾਂ ਵੀ ਤੁਸੀਂ ਕੀ ਆ, ਜਿੰਨੀ ਤੁਹਾਡੀ ਲਿਮਿਟ ਰੱਖੀ ਗਈ ਹੋ ਉਨੀ ਲਿਮਿਟ ਤੱਕ ਦੇ ਪੈਸੇ ਕਢਾ ਸਕਦੇ ਹੋ। ਇਹਨੂੰ ਟਰਸਟ ਦੇ ਬੇਸ 'ਤੇ ਕੱਢਿਆ ਜਾਂਦਾ ਵਾ, ਅਤੇ ਇਹਦੇ ਉੱਤੇ ਜਿਹੜਾ ਇੰਟਰਸਟ ਰੇਟ ਹੁੰਦਾ ਉਹ 0% ਹੀ ਹੁੰਦਾ, ਯਾਨੀ ਕਿ ਮੰਨ ਲਓ ਵੀ ਨੋਮੀਨਲ ਤੋਂ ਵੀ ਬਹੁਤ ਘੱਟ ਹੁੰਦਾ, ਨਾ ਦੇ ਬਰਾਬਰ ਹੀ ਇਹਦੇ ਉੱਤੇ ਇੰਟਰਸਟ ਹੁੰਦਾ। ਅਤੇ ਇਹ ਫੈਸਿਲਿਟੀ ਸਿਰਫ ਵੱਡੇ ਬਿਜ਼ਨਸਮੈਨ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਬੈਂਕਸ ਦੇ ਦੁਆਰਾ, ਅਤੇ ਇਸ ਅਕਾਊਂਟ ਨੂੰ ਮੇਨਟੇਨ ਕਰਨ ਦੇ ਉੱਤੇ ਵੀ ਉਹ ਪੈਸੇ ਚਾਰਜ ਕਰਦੀ ਆ। ਥਰਡ ਹੈਗਾ ਵਾ ਰੈਕਰਿੰਗ ਡਿਪੋਜ਼ਿਟ। ਇਹਦੇ ਵਿੱਚ ਉਹ ਡਿਪੋਜ਼ਿਟ ਹੁੰਦਾ ਜਿਹੜਾ ਕਿ ਥੋੜ੍ਹੇ ਸਮੇਂ ਲਈ ਕਰਾਇਆ ਜਾਂਦਾ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਕਢਵਾਉਣਾ ਪੈ ਜਾਂਦਾ ਵਾ। ਇਹ ਡੇਲੀ ਬੇਸ ਜਾਂ ਤੁਸੀਂ ਲਗਾ ਲਓ ਵੀ ਇਹਦੇ ਵਿੱਚ ਜਿਹੜੀ ਜਮ੍ਹਾਂ ਕਰਾਉਣ ਦੀ ਵੀ ਲਿਮਿਟ ਹੁੰਦੀ ਹੈ ਅਤੇ ਕਢਾਉਣ ਦੀ ਵੀ ਲਿਮਿਟ ਹੁੰਦੀ ਹੈ, ਦੋਹੀ ਲਿਮਿਟਾਂ ਚੱਲਦੀਆਂ ਨੇ, ਅਤੇ ਇਹਨੂੰ ਰੈਕਰਿੰਗ ਡਿਪੋਜ਼ਿਟ ਕਿਹਾ ਜਾਂਦਾ ਹੁੰਦਾ। ਫੋਰਥ ਹੈਗਾ ਵਾ ਫਿਕਸਡ ਡਿਪੋਜ਼ਿਟ, ਜਿਹਨੂੰ ਅਸੀਂ FD ਦੇ ਨਾਮ ਨਾਲ ਜਾਣਦੇ ਹਾਂ, ਵੀ ਜੇਕਰ ਲੋਕਾਂ ਨੂੰ ਜ਼ਿਆਦਾ ਰੇਟ ਆਫ ਇੰਟਰਸਟ ਚਾਹੀਦਾ ਹੁੰਦਾ ਵਾ ਤਾਂ ਉਹ FD ਕਰਾਉਂਦੇ ਆ। ਅਤੇ ਇਹਦੇ ਵਿੱਚ ਕੀ ਹੁੰਦਾ ਵਾ, ਫਿਕਸ ਟਾਈਮ ਦੇ ਲਈ ਤੁਹਾਡਾ ਜਿਹੜਾ ਪੈਸਾ ਹੁੰਦਾ ਉਹ ਜਿਹੜਾ ਬੈਂਕ ਉਹ ਆਪਣੇ ਕੋਲ ਰੱਖ ਲੈਂਦਾ ਵਾ, ਅਤੇ ਤੁਹਾਨੂੰ ਇੱਕ ਡਾਕੂਮੈਂਟ ਦੇ ਦਿੰਦਾ, ਅਤੇ ਉਹ ਪੈਸਾ ਜਿਹੜਾ ਵਾ ਉਹਦੇ ਉੱਤੇ ਜਿਹੜਾ ਰੇਟ ਆਫ ਇੰਟਰਸਟ, ਸਭ ਤੋਂ ਜ਼ਿਆਦਾ ਰੇਟ ਆਫ ਇੰਟਰਸਟ ਸਾਰੇ ਅਕਾਊਂਟਸ ਤੋਂ ਜ਼ਿਆਦਾ FD ਦੇ ਉੱਤੇ ਮਿਲਦਾ ਵਾ। ਅਤੇ ਇਹਦੇ ਵਿੱਚ ਇੱਕ ਲਿਮਿਟ ਹੁੰਦੀ ਆ, ਤੁਸੀਂ 5 ਜਾਂ 6 ਸਾਲ ਜਾਂ 2 ਸਾਲ ਤੱਕ ਤੁਹਾਨੂੰ ਉਹ FD ਉੱਤੇ ਰੱਖਣੀ ਪੈਂਦੀ ਹੈ, ਅਤੇ ਉਹਦਾ ਰੇਟ ਆਫ ਇੰਟਰਸਟ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਵਾ। ਜ਼ਿਆਦਾਤਰ ਲੋਕ ਇਹੀ FD ਕਰਵਾਉਂਦੇ ਆ ਤਾਂ ਜੋ ਕਿ ਉਹ ਜ਼ਿਆਦਾ ਰੇਟ ਆਫ ਇੰਟਰਸਟ ਚਾਰਜ ਕਰ ਸਕਣ। ਲਾਸਟ ਅਕਾਊਂਟ ਹੁੰਦਾ ਡੀਮੈਟ ਅਕਾਊਂਟ। ਇਹ ਅਕਾਊਂਟ ਓਪਨ ਹੁੰਦਾ ਜਿਹੜੇ ਸ਼ੇਅਰ ਹੋਲਡਰ ਹੁੰਦੇ, ਜਿਹੜੇ ਕਿ ਸ਼ੇਅਰ ਦੇ ਵਿੱਚ ਵਰਕ ਕਰਦੇ ਆ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਉਂਦੇ ਆ, ਤਾਂ ਉਹਨਾਂ ਦਾ ਇੱਕ ਅਕਾਊਂਟ ਓਪਨ ਹੁੰਦਾ ਵਾ ਜਿਹਦੇ ਵਿੱਚ ਉਹ ਬੈਂਕਸ ਟ੍ਰਾਂਜੈਕਸ਼ਨ ਕਰਦੇ ਆ, ਤਾਂ ਇਹਨੂੰ ਕਿਹਾ ਜਾਂਦਾ ਡੀਮੈਟ ਅਕਾਊਂਟ। ਇਹਦੇ ਵਿੱਚ ਉਹ ਨਵੇਂ ਸ਼ੇਅਰ ਨੂੰ ਖਰੀਦਦੇ ਆ ਅਤੇ ਇਹਦੇ ਵਿੱਚ ਹੀ ਸੇਲ ਕਰਦੇ ਆ, ਤਾਂ ਉਹ ਪੈਸਾ ਸਾਰਾ ਇਹਦੇ ਵਿੱਚ ਆਉਂਦਾ ਹੁੰਦਾ ਵਾ, ਤਾਂ ਇਹਨੂੰ ਡੀਮੈਟ ਅਕਾਊਂਟ ਕਿਹਾ ਜਾਂਦਾ। ਇਹ ਸੇਬੀ ਦੁਆਰਾ ਗਾਈਡਲਾਈਨ, ਸੇਬੀ ਆ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, ਇਹਦੇ ਅਕੋਰਡਿੰਗ ਇਹ ਅਕਾਊਂਟ ਖੁਲਵਾਇਆ ਜਾਂਦਾ, ਤਾਂ ਜੋ ਕੀ ਹੈ ਜੀ ਜਿਹੜੀ ਸ਼ੇਅਰ ਦੀ ਟ੍ਰਾਂਜੈਕਸ਼ਨ ਉਹ ਸਿਰਫ ਇਸੇ ਅਕਾਊਂਟ ਦੇ ਵਿੱਚ ਹੋ ਸਕਦੀ ਹੈ, ਤੁਹਾਡੇ ਸੇਵਿੰਗ, ਕਰੰਟ ਜਾਂ ਫਿਕਸ ਡਿਪੋਜ਼ਿਟ ਵਾਲੇ ਅਕਾਊਂਟ ਦੇ ਵਿੱਚ ਨਹੀਂ ਹੋਏਗੀ। ਲਾਸਟ ਹੈ ਸਾਡਾ ਬੈਂਕਿੰਗ ਸਰਵਿਸਿਜ਼। ਬੈਂਕ ਸਾਨੂੰ ਕਿਹੜੀ ਸਰਵਿਸ ਪ੍ਰੋਵਾਈਡ ਕਰਦਾ। ਪਹਿਲਾ ਹੈਗਾ ਬੈਂਕ ਓਵਰਡਰਾਫਟ, ਜਿਵੇਂ ਕਿ ਬੈਂਕ ਤੋਂ ਜਿਵੇਂ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਆ ਤਾਂ ਇੱਕ ਡਰਾਫਟ ਕਟਵਾ ਲੈਂਦੇ ਆ। ਕਈ ਵਾਰ ਕਾਲਜਿਸ, ਸਕੂਲਸ ਜਾਂ ਵੱਡੇ ਜਿਹੜੇ ਇੰਸਟੀਟਿਊਟਸ ਹੁੰਦੇ ਆ ਉਹ ਕੀ ਕਰਦੇ ਆ, ਓਵਰਡਰਾਫਟ ਦੀ ਫੈਸਿਲਿਟੀ ਲੈ ਲੈਂਦੇ ਆ। ਇਹਦਾ ਮਤਲਬ ਕੀ ਆ ਵੀ ਤੁਹਾਡੇ ਕੋਲ ਪੈਸੇ ਬਹੁਤ ਘੱਟ ਨੇ ਤੁਹਾਡੇ ਅਕਾਊਂਟ ਦੇ ਵਿੱਚ, ਪਰ ਤੁਸੀਂ ਜ਼ਿਆਦਾ ਦੀ ਪੇਮੈਂਟ ਕਰਨੀ ਆ ਤਾਂ ਤੁਹਾਨੂੰ ਓਵਰਡਰਾਫਟ ਕਟਾਉਣਾ ਪੈਂਦਾ, ਅਤੇ ਇਹ ਕੀ ਹੁੰਦਾ, ਇੱਕ ਤਰ੍ਹਾਂ ਦਾ ਲੋਨ ਹੁੰਦਾ, ਬਟ ਇਹ ਥੋੜ੍ਹੇ ਟਾਈਮ ਦੇ ਵਿੱਚ ਇਹ ਸੈਟਲ ਕਰਨਾ ਪੈਂਦਾ ਵਾ, ਅਤੇ ਇਹਦੇ 'ਤੇ ਰੇਟ ਆਫ ਇੰਟਰਸਟ ਜਿਹੜਾ ਚਾਰਜ ਕਰਦੀ ਆ ਉਹ ਬੈਂਕ ਆਪਣੇ ਅਕੋਰਡਿੰਗ ਚਾਰਜ ਕਰਦੀ ਆ। ਅਤੇ ਇਹ ਬੈਂਕ ਸਿਰਫ ਉਹਨਾਂ ਨੂੰ ਫੈਸਿਲਿਟੀ ਦਿੰਦੀ ਹੈ ਜਿਹੜੇ ਕਿ ਰੈਪੂਟੇਟਿਵ ਪਰਸਨ ਹੁੰਦੇ ਆ, ਯਾਨੀ ਕਿ ਜਿਨ੍ਹਾਂ ਦੀ ਰੈਪੂਟੇਸ਼ਨ ਵਧੀਆ ਹੁੰਦੀ ਹੈ। ਫਿਰ ਨੈਕਸਟ ਹੈਗਾ ਵਾ ਬੈਂਕਰ ਚੈੱਕਸ। ਬੈਂਕ ਕੀ ਕਰਦੇ, ਇੱਕ ਤਰ੍ਹਾਂ ਦੇ ਚੈੱਕ ਦੇ ਦਿੰਦੇ, ਜਿਹਨੂੰ ਟਰੈਵਲਰ ਚੈੱਕਸ ਵੀ ਕਿਹਾ ਜਾਂਦਾ ਵਾ। ਜਿੱਥੇ ਤੁਸੀਂ ਜਾ ਰਹੇ ਹੁੰਦੇ ਹੋ ਤਾਂ ਉਹ ਕੀ ਆ, ਤੁਸੀਂ ਜਦੋਂ ਮਰਜ਼ੀ ਜਾ ਕੇ ਉਹ ਚੈੱਕ ਜਿੱਥੇ ਵੀ ਲਗਾਉਂਦੇ ਹੋ ਤਾਂ ਉਹ ਇਮੀਡੀਏਟਲੀ ਚੈੱਕ ਜਿਹੜਾ ਵਾ ਉਹ ਤੁਹਾਨੂੰ ਹੀ ਮਿਲੇਗਾ, ਜਿਹੜਾ ਪਰਸਨ ਉਸ ਚੈੱਕ ਦੇ ਲਈ ਅਕਾਊਂਟੇਬਲ ਹੋਏਗਾ ਜਾਂ ਜਿਹੜੇ ਅਕਾਊਂਟ ਉਹ ਕਰ ਸਕਦਾ ਵਾ।
ਨੈਕਸਟ ਹੈਗਾ ਵਾ ਬੈਂਕ ਡਰਾਫਟ ਕੀ ਹੁੰਦਾ, ਜਿਵੇਂ ਤੁਸੀਂ ਔਨਲਾਈਨ ਪੋਸਟੇਜ ਭਰਦੇ ਹੋ ਜਾਂ ਅੱਜ ਕੱਲ੍ਹ ਕਈ ਫੀਸਾਂ ਵੀ ਜਿਹੜੀਆਂ ਕਾਲਜਸ ਨੇ ਜਾਂ ਕੁਛ ਹੋਰ ਵੀ ਨੇ ਉਹਨਾਂ ਵਿੱਚ ਡਰਾਫਟ ਕੱਟ ਕੇ ਦਿੱਤਾ ਜਾਂਦਾ ਵਾ। ਇਹਦਾ ਮਤਲਬ ਕੀ ਹੁੰਦਾ ਵੀ ਇੱਕ ਲੀਗਲ ਪੇਮੈਂਟ ਦੀ ਤਰ੍ਹਾਂ ਹੁੰਦਾ ਵਾ। ਜਿਵੇਂ ਅਸੀਂ ਫੀਸ ਜਮ੍ਹਾਂ ਕਰਾਉਂਦੇ ਹਾਂ ਤਾਂ ਇੱਕ ਤਰ੍ਹਾਂ ਦੀ ਫੀਸ ਹੁੰਦੀ ਹੈ ਕਿਸੇ ਵੀ ਗੌਰਮੈਂਟ ਐਗਜ਼ਾਮ ਦੀ ਜਾਂ ਕਿਸੇ ਵੀ ਚੀਜ਼ ਦੀ, ਤਾਂ ਇੱਕ ਸਿਕਿਉਰ ਪੇਮੈਂਟ ਵੇ ਆ ਜਿਹਦੇ ਵਿੱਚ ਤੁਸੀਂ ਡਰਾਫਟ ਕਟਾ ਕੇ ਜਿਹੜੇ ਪਰਸਨ ਨੂੰ ਦਿੰਦੇ ਹੋ ਸਿਰਫ ਉਹਦੇ ਅਕਾਊਂਟ ਦੇ ਵਿੱਚ ਹੀ ਉਹ ਚੀਜ਼ ਟ੍ਰਾਂਸਫਰ ਹੋਏਗੀ, ਅਦਰਵਾਈਜ਼ ਨਹੀਂ ਹੋਏਗੀ। ਨੈਕਸਟ ਜਿਹੜਾ ਸਭ ਤੋਂ ਟਰੈਂਡਿੰਗ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ ਪ੍ਰੋਸੈਸ, ਇਹਨੂੰ ਕਿਹਾ ਜਾਂਦਾ ਈ ਬੈਂਕਿੰਗ ਦੇ ਵਿੱਚ ਤੁਸੀਂ ਆਪਣੇ ਔਨਲਾਈਨ ਆਪਣੇ ਸੈੱਲਫੋਨ ਦੇ ਉੱਤੇ, ਲੈਪਟਾਪ ਦੇ ਉੱਤੇ ਤੁਸੀਂ ਆਪਣੇ ਬੈਂਕ ਨੂੰ ਆਪਰੇਟ ਕਰ ਸਕਦੇ ਹੋ, ਆਪਣੇ ਅਕਾਊਂਟਸ ਨੂੰ ਉਹਦੇ ਵਿੱਚ ਪੈਸੇ ਕਢਵਾ ਸਕਦੇ ਹੋ, ਉਹਦੇ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹੋ। ਤਾਂ ਇਹ ਸਭ ਤੋਂ ਵਧੀਆ ਫੈਸਿਲਿਟੀ ਅੱਜ ਦੇ ਟਾਈਮ ਦੇ ਵਿੱਚ ਸਿਕਿਉਰ ਆ ਜ਼ਿਆਦਾਤਰ ਬੈਂਕਸ ਦੇ ਵਿੱਚ, ਬਟ ਇਹਦੇ ਵਿੱਚ ਡਾਟਾ ਹੈਕ ਹੋਣ ਦੇ ਚਾਂਸਿਸ ਵੀ ਬਹੁਤ ਜ਼ਿਆਦਾ ਹੁੰਦੇ ਆ। ਬਟ ਇਹ ਬਹੁਤ ਵੱਡਾ ਰੈਗੂਲੇਸ਼ਨ ਆ ਅੱਜ ਦੇ ਬੈਂਕਿੰਗ ਸੈਕਟਰ ਦੇ ਵਿੱਚ, ਕਿਉਂਕਿ ਡਿਜੀਟਲ ਐਜੂਕੇਸ਼ਨ ਜਾਂ ਡਿਜੀਟਲ ਪ੍ਰੋਸੈਸ ਦੇ ਕਰਕੇ ਜਿਹੜੀ ਈ ਬੈਂਕਿੰਗ ਆ ਉਹਦੀ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀਆਂ ਨੇ। ਕੈਸ਼ ਕ੍ਰੈਡਿਟ, ਇਹਦਾ ਮਤਲਬ ਹੁੰਦਾ ਲੋਨ ਪ੍ਰੋਵਾਈਡ ਕਰਨਾ, ਵੀ ਜਿਹੜਾ ਬੈਂਕ ਆ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਦਾ ਜਿਹਨੂੰ ਲੋੜ ਹੁੰਦੀ ਆ, ਤਾਂ ਜੋ ਕੀ ਉਹ ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਅਤੇ ਜਿੰਨਾ ਹੋ ਸਕੇ ਉਹਨਾਂ ਨੂੰ ਯੂਜ਼ ਕਰ ਸਕੇ। ਅਤੇ ਸੈਕਿੰਡ ਲਾਸਟ ਹੈਗਾ ਵਾ ਨੈਸ਼ਨਲ ਅਕਾਊਂਟ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਇਹਨੂੰ FE ਨਿਫਟੀ ਵੀ ਕਿਹਾ ਜਾਂਦਾ। ਨਿਫਟ ਦਾ ਮਤਲਬ ਹੁੰਦਾ ਵੀ ਜਿਹੜਾ ਨੈਸ਼ਨਲ ਦੇ ਵਿੱਚ ਜੇਕਰ ਤੁਸੀਂ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਹੋ ਤੁਸੀਂ ਕਿਸੇ ਨੂੰ ਵੀ ਪੈਸੇ ਟ੍ਰਾਂਸਫਰ ਕਰਨੇ ਆ ਤਾਂ ਇਹਦੇ ਥਰੂ ਕੀਤੇ ਜਾਂਦੇ। ਇਹਦੀ ਬਟ ਇੱਕ ਲਿਮਿਟ ਹੁੰਦੀ ਆ ਵੀ ਇਹਦੇ ਵਿੱਚ 50,000 ਤੋਂ ਲੈ ਕੇ 1 ਲੱਖ ਦੇ ਵਿੱਚ ਇਹ ਜਿਹੜੀ ਪੇਮੈਂਟ ਹੁੰਦੀ ਆ ਉਹ ਟ੍ਰਾਂਸਫਰ ਕਰ ਸਕਦੇ ਆ। ਇਸ ਤੋਂ ਬਾਅਦ ਟ੍ਰਾਂਸਫਰ ਕਰਨ ਦੇ ਲਈ ਉਹ ਇਹਨੂੰ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ। ਅਤੇ ਦੂਜਾ ਇਹਦੇ ਵਿੱਚ ਕੀ ਹੈ, ਇੱਕ ਟਾਈਮ ਬਾਊਂਡੇਸ਼ਨ ਵੀ ਹੈ, ਇੰਨੇ ਕੁ ਟਾਈਮ ਦੇ ਵਿੱਚ ਹੀ ਤੁਸੀਂ ਇਹਨੂੰ ਕਰਵਾ ਸਕਦੇ ਹੋ, ਅਦਰਵਾਈਜ਼ ਜੇਕਰ ਉਹ ਟਾਈਮ ਨਿਕਲ ਗਿਆ ਫਿਰ ਤੁਸੀਂ ਉਹ ਨਹੀਂ ਕਰਵਾ ਸਕਦੇ। ਲਾਸਟ ਵਨ ਹੈਗਾ ਰੀਅਲ ਟਾਈਮ ਗ੍ਰੋਸ ਸੈਟਲਮੈਂਟ। ਇਹ ਜਿਹੜਾ ਵਾ ਅੱਜ ਦੇ ਟਾਈਮ ਦੇ ਵਿੱਚ ਯੂਜ਼ ਕੀਤਾ ਜਾਂਦਾ ਵਾ। ਇਹਦੇ ਵਿੱਚ ਜਿਹੜੀ ਅਮਾਊਂਟ ਹੁੰਦੀ ਆ ਉਹ ਇਮੀਡੀਏਟਲੀ ਜਿਹੜੀ ਹੁੰਦੀ ਆ, ਯਾਨੀ ਕਿ ਵਿਦਿਨ ਹਾਫ ਆਰ ਜਾਂ 1 ਆਵਰਸ ਦੇ ਵਿੱਚ ਜਿਹੜੀਆਂ ਅਮਾਊਂਟ ਹੁੰਦੀ ਆ ਉਹ ਟ੍ਰਾਂਸਫਰ ਹੋ ਜਾਂਦੀ ਆ। ਬਟ ਜਿਹੜਾ ਨੈੱਟ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਆ ਇਹਨੂੰ ਕਾਫੀ ਟਾਈਮ ਲੱਗ ਜਾਂਦਾ ਆਪਣੇ ਆਪ ਨੂੰ ਟ੍ਰਾਂਸਫਰ ਕਰਨ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ, ਤਾਂ ਇਸ ਅਮਾਊਂਟ ਨੂੰ ਟਾਈਮ ਲੱਗਦਾ ਵਾ। ਬਟ ਰੀਅਲ ਟਾਈਮ ਇਨਵੋਲਵ ਇਹ 1 ਆਵਰਸ ਜਾਂ ਹਾਫ ਆਰ ਦੇ ਵਿੱਚ ਤੁਹਾਨੂੰ ਦੱਸ ਦਿੰਦੀ ਆ ਵੀ ਤੁਹਾਡੀ ਪੇਮੈਂਟ ਸੈਟਲਮੈਂਟ ਹੋ ਚੁੱਕੀ ਆ ਉਹ ਪਰਟੀਕੂਲਰ ਅਕਾਊਂਟ ਦੇ ਵਿੱਚ। ਇਹ ਦੋ ਹੀ ਚੀਜ਼ਾਂ ਬਹੁਤ ਸਿਕਿਉਰ ਨੇ ਜਿਹਦੇ ਵਿੱਚ ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਊਗਾ। ਵੰਸ ਅਗੇਨ ਮੈਂ ਸਾਰੇ ਬੱਚਿਆਂ ਦਾ ਥੈਂਕਸ ਕਰਨਾ ਚਾਹੁੰਦਾ ਵਾਂ ਜਿਨ੍ਹਾਂ ਸਬਸਕ੍ਰਾਈਬਰਸ ਨੇ ਮੇਰੀ ਹੈਲਪ ਕੀਤੀ 1000 ਸਬਸਕ੍ਰਾਈਬ ਪੂਰੇ ਕਰਨ ਦੇ ਲਈ। ਅਤੇ ਥੈਂਕ ਯੂ ਸੋ ਮਚ ਐਂਡ ਯੂ ਵਿਲ ਆਲਸੋ ਬੀ ਕੰਟੀਨਿਊਸ ਵਿਦ ਮੀ ਐਂਡ ਆਈ ਵਿਲ ਟਰਾਈ ਟੂ ਬੀ ਇੰਪਰੂਵ ਮਾਈ ਸੈਲਫ ਐਂਡ provides you better educations with the help of with my YouTube channel. Thanks a lot watching for my session and helping to me gaining 1000 subscribers. Thanks a lot and share this session. Thanks a lot.